Hello everyone. Today we discuss about chapter 8 Fair Judgment of M Science. The essence value we discussed in the lesson is fair judgment, art of decision making, self confidence, truthfulness, carefulness, sincerity, and dutifulness. Let's start. A holy dip in the Gangas on a full moon night in Magha month has great religious significance. ਕਿ ਜੋ ਹੈ ਗੰਗਾ ਰਿਵਰ ਦੇ ਵਿੱਚ ਫੁੱਲ ਮੂਨ ਲਾਈਟ ਮੀਨਸ ਪੂਰੇ ਚੰਦਰਮਾ ਦੀ ਰਾਤ ਮਾਘ ਮੰਥ ਦੇ ਵਿੱਚ ਪਵਿੱਤਰ ਡੁਬਕੀ ਲਗਾਉਣ ਨੂੰ ਕੀ ਹੈ ਬਹੁਤ ਹੀ ਧਾਰਮਿਕ ਮਹਾਨਤਾ ਜਿਹੜੀ ਉਹ ਦਿੱਤੀ ਗਈ ਹੈ। Queen Karuna of Kashi called her friend Bela and said, Bela, tomorrow is Purnima and I want to have a bath in the river Ganga early in the morning. ਕਰੁਣਾ ਸੀ ਜੋ ਕਾਸ਼ੀ ਦੀ ਰਾਣੀ ਸੀ, ਉਸਨੇ ਆਪਣੀ ਫਰੈਂਡ ਬੇਲਾ ਨੂੰ ਬੁਲਾਇਆ ਅਤੇ ਉਸਨੂੰ ਕਿਹਾ ਕਿ ਕੱਲ੍ਹ ਪੂਰਨਿਮਾ ਹੈ ਅਤੇ ਮੈਂ ਜੋ ਹੈ ਰਿਵਰ ਗੰਗਾ ਦੇ ਵਿੱਚ ਸਵੇਰੇ ਜਲਦੀ ਕੀ ਆ ਉੱਥੇ ਬਾਥ ਲੈਣਾ ਚਾਹੁੰਦੀ ਹਾਂ। ਬਟ ਦੇਅਰ ਸ਼ੁੱਡ ਬੀ ਨੋ ਵਨ ਔਨ ਦਾ ਰਿਵਰ ਬੈਂਕ। ਬਟ ਉਹ ਕਹਿੰਦੀ ਕਿ ਇਸ ਗੱਲ ਦਾ ਧਿਆਨ ਰੱਖਣਾ ਕਿ ਉਸ ਰਿਵਰ ਦੇ ਆਸ-ਪਾਸ ਜਾਂ ਬੈਂਕ 'ਤੇ ਕੋਈ ਵੀ ਨਹੀਂ ਹੋਣਾ ਚਾਹੀਦਾ। ਸੋ ਟੇਕ ਦਾ ਹੈਲਪ ਆਫ ਸੋਲਜੀਅਰ, ਅਤੇ ਉੱਥੇ ਜੋ ਵੀ ਲੋਕ ਨੇ ਉਹਨਾਂ ਨੂੰ ਹਟਾਉਣ ਲਈ ਤੁਸੀਂ ਸੋਲਜੀਅਰ ਦੀ ਹੈਲਪ ਲੈ ਸਕਦੇ ਹੋ। ਸ਼ੀ ਐਕਸਪਲੇਨਡ ਐਵਰੀਥਿੰਗ ਟੂ ਦਾ ਸੋਲਜੀਅਰ, ਅਤੇ ਬੇਲਾ ਨੇ ਹਰ ਇੱਕ ਜੋ ਗੱਲ ਸੀ ਉਹ ਸੋਲਜੀਅਰਸ ਨੂੰ ਸਮਝਾ ਦਿੱਤੀ ਸੀ, ਐਕਸਪਲੇਨ ਕਰ ਦਿੱਤੀ। ਦ ਨੈਕਸਟ ਮਾਰਨਿੰਗ ਦ ਕੁਈਨ ਅਕੰਪਨਾਈਡ ਬਾਈ ਹਰ ਕੰਪੈਨੀਅਨਸ ਐਂਡ ਮੇਡਸ ਰੀਚਡ ਦਾ ਰਿਵਰ ਬੈਂਕ। ਅਗਲੀ ਸਵੇਰ ਜੋ ਕੁਈਨ ਸੀ ਆਪਣੇ ਸਾਥੀਆਂ ਦੇ ਨਾਲ ਅਤੇ ਆਪਣੀਆਂ ਜੋ ਨੌਕਰਾਨੀਆਂ ਸੀ ਉਹਨਾਂ ਦੇ ਨਾਲ ਜੋ ਹੈ ਜੋ ਨਦੀ ਦੇ ਕਿਨਾਰੇ 'ਤੇ ਪਹੁੰਚ ਗਈ। ਨੋ ਬਡੀ ਵਾਜ਼ ਦੇਅਰ, ਉੱਥੇ ਕੋਈ ਵੀ ਨਹੀਂ ਸੀ। ਇਟ ਵਾਜ਼ ਏ ਚਿੱਲੀ ਮਾਰਨਿੰਗ, ਬਹੁਤ ਹੀ ਜੋ ਹੈ ਸੁਹਾਵਣਾ ਮੌਸਮ ਸੀ, ਉੱਥੇ ਬਹੁਤ ਹੀ ਅੱਛੀ ਸਵੇਰ ਸੀ। ਦ ਰਿਵਰ ਵਾਟਰ ਵਾਜ਼ ਆਈਸ ਕੋਲਡ, ਅਤੇ ਰਿਵਰ ਦਾ ਜੋ ਵਾਟਰ ਸੀ ਬਹੁਤ ਠੰਡਾ ਸੀ। ਦ ਕੁਈਨ ਟੁੱਕ ਕੇ ਬਾਥ, ਜੋ ਹੈ ਰਾਣੀ ਆ ਉਸਨੇ ਬਾਥ ਲਿਆ। ਸ਼ੀ ਬਿਗਿਨ ਟੂ ਸ਼ਾਈਵਰ ਵਿਦ ਕੋਲਡ, ਅਤੇ ਉਹ ਠੰਡ ਦੇ ਨਾਲ ਕੰਬਣ ਲੱਗ ਗਈ। ਸ਼ੀ ਆਸਕਡ ਹਰ ਮੇਟ ਟੂ ਪ੍ਰੋਕਿਊਰ ਡਰਾਈ ਸਟਿਕਸ ਐਂਡ ਲਾਈਟ ਫਾਇਰ, ਉਸਨੇ ਆਪਣੀ ਜੋ ਹੈ ਮੇਡਸ ਹੈ ਨੌਕਰਾਣੀ ਸੀ ਉਸਨੂੰ ਕਿਹਾ ਕਿ ਕੁਛ ਜੋ ਹੈ ਸੁੱਖੀਏ ਜੋ ਹੈ ਲੱਕੜੀਆਂ ਇਕੱਠੀਆਂ ਕਰੇ ਅਤੇ ਅੱਗ ਜਲਾਵੇ। ਬਟ ਗੈਟਿੰਗ ਡਰਾਈ ਸਟਿਕ ਇਜ਼ ਨੋਟ ਪੋਸੀਬਲ, ਦਾ ਮੇਡ ਸੈਡ, ਬਟ ਉਸਦੀ ਨੌਕਰਾਨੀ ਨੇ ਕਿਹਾ ਕਿ ਇੱਥੋਂ ਜੋ ਹੈ ਸੁੱਕੀਆਂ ਲੱਕੜੀਆਂ ਮਿਲਣਾ ਇੰਪੋਸੀਬਲ ਹੈ। ਵਾਈ ਕਾਂਟ ਯੂ ਬੋਰੋ ਡਰਾਈ ਸਟਿਕਸ ਫਰੋਮ ਦਾ ਪੀਪਲ ਰੀਸਾਈਡਿੰਗ ਇਨ ਦਾ ਹਟਸ ਓਵਰ ਦੇਅਰ, ਉਸਨੇ ਕਿਹਾ ਕਿ ਜੋ ਲੋਕ ਇੱਥੇ ਰਹਿੰਦੇ ਆ ਹਟਸ ਦੇ ਵਿੱਚ ਤੁਸੀਂ ਉਹਨਾਂ ਤੋਂ ਤੁਸੀਂ ਜੋ ਹੈ ਲੱਕੜੀਆਂ ਕਿਉਂ ਨਹੀਂ ਲੈ ਸਕਦੇ। ਬਟ ਦੋਜ਼ ਹਟਸ ਆਰ ਅਨਇਨਹੈਬਿਟਡ ਨਾਓ, ਉਸਨੇ ਕਿਹਾ ਕਿ ਹੁਣ ਇਹਨਾਂ ਹਟਸ ਦੇ ਵਿੱਚ ਕੋਈ ਵੀ ਨਹੀਂ ਵਸਦਾ। ਐਜ਼ ਪਰ ਯੂਰ ਆਰਡਰਸ, ਤੁਹਾਡੇ ਆਰਡਰ ਦੇ ਅਕੋਰਡਿੰਗ ਆਲ ਦਾ ਫਿਸ਼ਰਮੈਨ ਐਂਡ ਦਾ ਬੋਟਮੈਨ ਹੈਵ ਬੀਨ ਰਿਮੂਵਡ, ਦਾ ਮੇਡ ਸੈਡ, ਉਸਨੇ ਕਿਹਾ ਕਿ ਜਿਵੇਂ ਤੁਸੀਂ ਆਰਡਰ ਦਿੱਤਾ ਸੀ ਤੁਹਾਡੇ ਆਰਡਰ ਤੋਂ ਬਾਅਦ ਜੋ ਵੀ ਇੱਥੇ ਫਿਸ਼ਰਮੈਨ ਜਾਂ ਬੋਟਮੈਨ ਜੋ ਰਹਿੰਦੇ ਸੀ ਉਹਨਾਂ ਨੂੰ ਇੱਥੋਂ ਰਿਮੂਵ ਕਰ ਦਿੱਤਾ ਗਿਆ, ਮੀਨਸ ਹਟਾ ਦਿੱਤਾ ਗਿਆ। ਦ ਕੁਈਨ ਥੋਟ ਫॉर ਏ ਵਾਈਲ ਐਂਡ ਦੈਨ ਵੈਂਟ ਟੂਵਾਰਡਸ ਦਾ ਹਟ, ਉਸਨੇ ਕੁਝ ਸਮੇਂ ਲਈ ਸੋਚਿਆ ਅਤੇ ਫਿਰ ਉਹ ਕੀ ਆ ਹਟਸ ਦੇ ਵੱਲ ਚਲੀ ਗਈ। ਸ਼ੀ ਆਰਡਰਡ ਹਰ ਮੇਡਸ ਟੂ ਸੈਟ ਦਾ ਹਟਸ ਔਨ ਫਾਇਰ, ਅਤੇ ਉਸਨੇ ਆਪਣੀਆਂ ਨੌਕਰਾਨੀਆਂ ਨੂੰ ਆਰਡਰ ਦਿੱਤਾ ਕਿ ਜੋ ਹਟਸ ਹੈ ਉਹਨਾਂ ਨੂੰ ਅੱਗ ਲਗਾ ਦਿੱਤੀ ਜਾਵੇ। ਬੇਲਾ ਡਿਡ ਨੋਟ ਅਪਰੂਵ ਆਫ ਦਾ ਕੁਈਨਸ ਆਰਡਰ, ਅਤੇ ਬਟ ਬੇਲਾ ਨੇ ਜੋ ਹੈ ਰਾਣੀ ਦਾ ਆਰਡਰ ਜੋ ਹੈ ਨਹੀਂ ਮੰਨਿਆ। ਸ਼ੀ ਸਬਮਿਟਡ ਮਹਾਰਾਣੀ, ਦੀਜ਼ ਹਟਸ ਬਿਲੋਂਗ ਟੂ ਵੈਰੀ ਪੂਅਰ ਪੀਪਲ, ਅਤੇ ਉਸਨੇ ਜੋ ਹੈ ਆਪਣੀ ਜੋ ਹੈ ਕੁਈਨ ਨੂੰ ਕਿਹਾ ਕਿ ਮਹਾਰਾਣੀ ਜਿਹੜੀਆਂ ਇਹ ਹਟਸ ਹੈ ਉਹ ਬਹੁਤ ਹੀ ਗਰੀਬ ਲੋਕ ਜੋ ਇਹਨਾਂ ਵਿੱਚ ਰਹਿੰਦੇ ਆ, ਗਰੀਬ ਲੋਕ ਬਿਲੋਂਗਸ ਕਰਦੇ ਆ ਇਹਨਾਂ ਹਟਸ ਨੂੰ। ਇਟ ਇਜ਼ ਨਾਟ ਫੇਅਰ ਟੂ ਸੈਟ ਦੈਮ ਔਨ ਫਾਇਰ, ਅਤੇ ਇਹ ਚੰਗੀ ਗੱਲ ਨਹੀਂ ਹੈ ਕਿ ਆਪਾਂ ਉਹਨਾਂ ਦੀਆਂ ਜਿਹੜੀਆਂ ਹਟ ਆ ਉਹਨਾਂ ਨੂੰ ਅੱਗ ਲਗਾ ਦਈਏ। ਦ ਕੁਈਨ ਰਿਫਿਊਜ਼ ਟੂ ਵਿਦਡਰਾ ਹਰ ਆਰਡਰਸ, ਅਤੇ ਕੁਈਨ ਨੇ ਕੀ ਹੈ ਜੋ ਹੈ ਆਪਣਾ ਜੋ ਆਰਡਰ ਹੈ ਉਹ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ। ਦ ਫਲੇਮਸ ਸ਼ੂਟ ਅਪ ਐਂਡ ਸ਼ੀ ਇੰਜੋਇਡ ਦਾ ਵਾਰਮਥ, ਅਤੇ ਝੌਂਪੜੀਆਂ ਨੂੰ ਅੱਗ ਲਗਾ ਦਿੱਤੀ ਗਈ ਅਤੇ ਉਸਨੇ ਕੀ ਹੈ ਉਹ ਹੈ ਅੱਗ ਨੂੰ ਉਹ ਜੋ ਸੇਕਣ ਲੱਗੀ ਉਸਨੂੰ ਗਰਮ ਫੀਲ ਹੋਣ ਲੱਗਿਆ। ਆਫਟਰ ਏ ਵਾਈਲ ਸ਼ੀ ਰਿਟਰਨ ਟੂ ਹਰ ਪੈਲੇਸ, ਉਸ ਤੋਂ ਬਾਅਦ ਕਿ ਉਹ ਆਪਣੇ ਪੈਲੇਸ ਦੇ ਵਿੱਚ ਆਪਣੇ ਦਰਬਾਰ ਦੇ ਵਿੱਚ ਵਾਪਸ ਆ ਗਈ। ਆਫਟਰ ਸਨਰਾਈਜ਼ ਦੇਅਰ ਵਾਜ਼ ਏ ਗ੍ਰੇਟ ਐਕਟੀਵਿਟੀ ਐਂਡ ਨੋਇਜ਼ ਔਨ ਦਾ ਰਿਵਰ ਬੈਂਕ, ਉਹ ਕਹਿੰਦੇ ਕਿ ਆਫਟਰ ਸਨਰਾਈਜ਼ ਕੀ ਹੋਇਆ ਕਿ ਉੱਥੇ ਕੀ ਹੈ ਬਹੁਤ ਹੀ ਜ਼ਿਆਦਾ ਗਤੀਵਿਧੀਆਂ ਹੋਣ ਲੱਗ ਗਈਆਂ ਅਤੇ ਬਹੁਤ ਹੀ ਜ਼ਿਆਦਾ ਆਵਾਜ਼ ਆਉਣ ਲੱਗ ਗਈ ਰਿਵਰ ਬੈਂਕ ਵਾਲੀ ਸਾਈਡ ਤੋਂ। ਦ ਓਨਰ ਆਫ ਦਾ ਹਟਸ ਕਰਸ ਦ ਪਰਸਨ ਹੂ ਹੈਡ ਬਰਨਡ ਦੇਅਰ ਹਟਸ, ਉਹ ਕਹਿੰਦੇ ਕਿ ਜੋ ਹਟਸ ਦਾ ਮਾਲਕ ਸੀ ਕੀ ਆ ਉਹਨਾਂ ਉਸ ਮਤਲਬ ਜਿਸ ਪਰਸਨ ਨੇ ਉਹਨਾਂ ਦੀਆਂ ਹਟਸ ਨੂੰ ਅੱਗ ਲਗਾਈ ਸੀ ਉਹਨਾਂ ਨੂੰ ਕੋਸਣ ਲੱਗ ਗਿਆ। ਸੂਨ ਦੇ ਕੇਮ ਟੂ ਨੋ ਦੈਟ ਦਾ ਕਲਪ੍ਰਿਟ ਵਾਜ਼ ਦਾ ਕੁਈਨ ਹਰਸੈਲਫ, ਅਤੇ ਬਹੁਤ ਜਲਦੀ ਉਸਨੇ ਇਹ ਜਾਣਿਆ ਕਿ ਦੋਸ਼ੀ ਕੌਣ ਹੈ, ਕੁਈਨ ਹੈ, ਰਾਣੀ ਹੈ, ਰਾਣੀ ਖੁਦ ਹੀ ਦੋਸ਼ੀ ਹੈ ਇਸ ਸਭ ਦੇ ਲਈ। ਦੇ ਡਿਸਾਈਡਡ ਟੂ ਅਪੀਲ ਟੂ ਦਾ ਕਿੰਗ ਫॉर ਜਸਟਿਸ, ਅਤੇ ਉਹਨਾਂ ਨੇ ਡਿਸਾਈਡ ਕੀਤਾ ਕਿ ਉਹ ਰਾਜੇ ਕੋਲ ਜਾਣਗੇ ਨਿਆਂ ਦੇ ਲਈ।
द पुअर विक्टिम्स ऑफ फायर असैम्बल्ड इन द पैलेस बाय नून। वो कहते कि पुअर विक्टिम्स सी जिन्हां दीयां हट्स नूं अग लगाई गई सी वो की दोपहर नूं कित्थे इकट्ठे हो गए पैलेस दे विच दरबार दे विच। द सिक्योरिटी गार्ड्स डिड नॉट लैट दैम एंटर। तो उत्थे सिक्योरिटी गार्ड सी उन्होंने उन्होंने अंदर नहीं जान दिता। जस्ट दैन ए मिनिस्टर अराइव्ड देयर एंड टॉक्ड विद द पीपल। उस तो बाद थोड़े टाइम बाद उत्थे मिनिस्टर पहुंचा तो उसने लोगों नाल गलबात की। ही वेंट इन एंड रिपोर्टेड टू द किंग अबाउट द क्राउड। उस तो बाद की है ही वेंट इनू अंदर गया तो उसने इस सब बारे जो है किंग नू जानकारी दी कि जो भी बाहर लोग आए हुए सी बहुत जो इकट्ठ उत्थे आया सी। द किंग एग्रीड टू मीट द एग्रीव्ड पीपल एंड गिव अ पेशेंट लिसनिंग टू देयर कंप्लेंट। तो उसने की है जो है किंग सहमत हो गया उन्होंने गरीब लोगों को मिलन के लिए उन्होंने दुखी लोगों को मिलन के लिए एंड गिव तो उन्होंने उन्हें हौसला दिता कि उन्होंने कंप्लेंट नूं बहुत ही अच्छे तरीके दे नाल जिहड़ा वो सुनेगा। ही आस्क्ड हू हैड ऑर्डर्ड द हट्स टू बी सैट अ फ्लेम। उसने पूछा कि किसने ऑर्डर दिता सी कि हट्स नूं अग लगा दी जाए। ऑल द वर्कमैन कैप्ट क्वाइट। जो भी उत्थे उनदे विच वर्कमैन सी काम करन वाले आदमी सी जो कोई भी सी सब चुप हो गए। नो बॉडी डेयर्ड नेम द क्वीन। तो डर दे मारे कोई भी क्वीन का नाम नहीं लै रहा सी। वन मैन केम फॉरवर्ड एंड रेफर टू द क्वीन। वो कहते कि उन्होंने विचों एक आदमी अगे आया तो उसने क्वीन का नाम लिया। द किंग वॉज शॉक टू हीयर इट। तो जो किंग है ये सब सुन के बहुत हैरान हो गया शॉक हो गया। ही वंडर्ड वाई द क्वीन इशूड सच ऑर्डर। तो उसने हैरानी नाल कहा कि क्वीन ने ये ऑर्डर क्यों इशू किया क्यों ये ऑर्डर दिता। ऑल राइट द किंग एश्योर्ड द कंप्लेंट्स। तो उस किंग ने कहा कि जो भी उन्होंने कंप्लेंट्स आईयां ने उन्होंने जरूर सॉल्व करेगा उन्होंने जरूर हल करेगा। वो इफ़ द क्वीन इज़ अ फॉल्ट शी विल गैट पनिशमेंट। वो कहते कि अगर क्वीन की गलती है रानी की कोई गलती है तो रानी नूं भी सज़ा मिलेगी। द क्वीन वाज सेंट फॉर एंड शी कन्फेस्ड हर फॉल्ट। तो क्वीन नूं भी भेजा जाएगा तो उसनूं अपनी गलती मनन लई भी कहा जाएगा। द रूलर ऑफ काशी रीड हिज वर्डिक्ट। द रूलर ऑफ काशी रीड हिज वर्डिक्ट। काशी का जो रूलर सी उसने अपने जो है फैसला अपना वो सुना दिता सी। ऑल आर इक्वल इन द आइज़ ऑफ लॉ। कहते उसने उन्होंने कहा कि जेडे लॉ की कानून की नज़र दे सब इक्वल है बराबर ने। फेयर जस्टिस मेक्स नो डिस्टिंक्शन बिटवीन द प्रिंस एंड द पॉपर। वो कहते कि जी फेयर जस्टिस होंदी है प्रॉपर न्याय होंदा जिहड़ा उहदे विच की हुंदा है कि गरीब दे विच ते अमीर दे विच जे तो कोई राजा है ना तो राजे दे विच ते ना ही बहुत ज़्यादा जो गरीब परसन है उन्होंने विच कोई फर्क नहीं समझा जाता कानून दी नज़रां दे विच। द गिल्टी मस्ट बी पनिश्ड। जिंदी गलती हुंदी है उन्होंने जरूर पनिश किया जाता है। द क्वीन हैज़ बीन फाउंड गिल्टी। तो इत्थे की है क्वीन की गलती सी सो शी विल हैव टू लिव ए हार्ड लाइफ इन वन ऑफ दोज हट्स। तो उन्होंने ये सज़ा सुनाई गई कि उसनों उन्होंने हट्स दे विच जाके जिहड़ा लाइफ स्पेंड करनी पेगी। द वर्कमैन रिक्वेस्टेड द किंग नॉट टू पनिश द क्वीन। जो उत्थे जो काम करने वाले जो गरीब लोग आए थे उन्होंने किंग नूं रिक्वेस्ट की कि वो क्वीन नूं पनिश ना करन। दे वांटेड टू विदड्रॉ हर कंप्लेंट। वो कहते कि असीं आपकी कंप्लेंट वापस लैने बट द किंग सैड नो दिस कांट बी असैप्टेड। बट किंग ने कहा कि नहीं ये असैप्ट नहीं किया जाएगा। इफ़ द क्वीन इज़ नॉट पनिश्ड टूडे द रिच एंड पावरफुल मैन वुड कॉन्टीन्यू टू हरास द पुअर। वो कहते कि अगर क्वीन नूं पनिश ना किया गया तो अज दे युग दे विच की है जो रिच पीपल होणगे या पावरफुल होणगे वो की है हमेशा ही गरीबां नूं जलील करते रहणगे। क्राइम विल इनक्रीज। जिस तरह क्राइम वधदे जाणगे। द बेस्ट वे देयर फॉर इज़ टू जज इम्पार्शली एंड पनिश द कल्प्रिट। वो कहते कि बेस्ट वे की है कि भी जो डिसीजन लैना है उसनूं की है इम्पार्शली लिया जाए बिना किसी दबाव दे लिया जाए ते एंड पनिश द कल्प्रिट ते दोषी नूं सज़ा सुनाई जाए। Emperor Ashoka also loved his people and used to go out in disguise to know their problems। वो कहते कि जो एम्परर अशोका सी वो की है अपने लोगों के नाल बहुत प्यार करता सी एंड वो भेस बदल के अपने लोगों दी प्रॉब्लम्स नूं है जो जानने के लिए जाता रहता सी। वन नाइट ही नॉकड एट द डोर ऑफ पुअर ब्राह्मण शिशुपाल। एक दिन उसने पुअर ब्राह्मण शिशुपाल का दरवाज़ा जो एक रात उसने खड़काया। ही डिस्कस्ड विद हिम। उसने उस नाल डिस्कशन की एंड गैदर्ड दैट दैट क्राइम ग्राफ इन द स्टेट
इट वाज गोइंग अप। ਤੇ ਉੱਥੋਂ ਉਸਨੂੰ ਇਹ ਜਾਣਕਾਰੀ ਮਿਲੀ ਕਿ ਜੋ ਕ੍ਰਾਈਮ ਗ੍ਰਾਫ ਹੈ ਦਿਨ ਬ ਦਿਨ ਜੋ ਹੈ ਰਾਜ ਦੇ ਵਿੱਚ ਉਹ ਵੱਧਦਾ ਜਾ ਰਿਹਾ। ਦ ਕਿੰਗ ਹਿਡ ਹਿਜ਼ ਆਇਡੈਂਟੀਟੀ ਫਰੋਮ ਸ਼ਿਸ਼ੂਪਾਲ ਐਂਡ ਸੈਡ सपोज यू आर अपॉइंटेड द मिनिस्टर ऑफ जस्टिस वट स्टैप विल यू टेक टू चैक क्राइम्स। और उसने जो है शिशुपाल तो अपनी आइडेंटिटी सी जो अपनी पछाण सी छुपा के रखी। तो उसने शिशुपाल नूं कहा कि अगर तुहानूं ਨਿਆਂ ਦਾ ਮਨਿਸਟਰ ਬਣਾ ਦਿੱਤਾ ਜਾਵੇ, ਮਨਿਸਟਰ ਆਫ ਜਸਟਿਸ ਨਿਆਂ ਕਰਨ ਦੇ ਲਈ ਤੁਹਾਨੂੰ ਮਨਿਸਟਰ ਬਣਾ ਦਿੱਤਾ ਜਾਵੇ ਤਾਂ ਕਿਹੜੇ ਕਿਹੜੇ ਸਟੈਪ ਹੈ ਤੁਸੀਂ ਚੱਕੋਗੇ ਕ੍ਰਾਈਮ ਨੂੰ ਚੈੱਕ ਕਰਨ ਦੇ ਲਈ ਜੋ ਕ੍ਰਾਈਮਸ ਹੋ ਰਹੇ ਆ। शिशुपाल laughed and said, शिशुपाल हसन लगा तो उसने कहा I do not know you but as a minister of justice I will finish crime in a month's time। उसने कहा कि मैं तुहानूं जानदा तो नहीं बट एज ए मिनिस्टर ऑफ जस्टिस अगर मैं मिनिस्टर होवां न्याय दा मिनिस्टर होवां मिनिस्टर ऑफ जस्टिस होवां तो मैं की है ਮੰਥ ਟਾਈਮ ਮੀਨਸ 1 ਮਹੀਨੇ ਦੇ ਟਾਈਮ ਦੇ ਵਿੱਚ ਹੀ ਕ੍ਰਾਈਮ ਨੂੰ ਖਤਮ ਕਰ ਦੇਵਾਂਗਾ। ਅਸ਼ੋਕਾ ਲੈਫਟ ਦਾ ਪਲੇਸ ਵਿਦਆਊਟ ਮੇਕਿੰਗ ਐਨੀ ਕਮੈਂਟ। ਤੇ ਅਸ਼ੋਕ ਨੇ ਉੱਥੋਂ ਉਹ ਜਗ੍ਹਾ ਛੱਡਤੀ ਕੋਈ ਵੀ ਕੁਐਸਚਨ ਕੀਤੇ ਬਿਨਾ ਕੋਈ ਵੀ ਕਮੈਂਟ ਕੀਤੇ ਬਿਨਾ ਉਹ ਉੱਥੋਂ ਚਲਾ ਗਿਆ। ਆਫਟਰ ਏ ਫਿਊ ਡੇਜ਼ ਸਮ ਸਟੇਟ ਅਫੀਸ਼ੀਅਲਸ ਕੇਮ ਟੂ ਐਸਕੋਰਟ ਸ਼ਿਸ਼ੂਪਾਲ ਟੂ ਦਾ ਕੋਰਟ। ਕੁਝ ਦਿਨਾਂ ਬਾਅਦ ਕੁਝ ਸਟੇਟ ਅਫੀਸ਼ੀਅਲਸ ਹੈ ਜੋ ਉੱਥੇ ਪਹੁੰਚੇ ਅਤੇ ਉਹਨਾਂ ਨੇ ਸ਼ਿਸ਼ੂਪਾਲ ਨੂੰ ਆਪਣੇ ਨਾਲ ਕੋਰਟ ਲੈ ਕੇ ਚਲੇ ਗਏ। ਦ ਪੂਅਰ ਮੈਨ ਵਾਜ਼ ਗ੍ਰੇਟਲੀ ਐਸਟੋਨਿਸ਼ਡ। ਜੋ ਪੂਅਰ ਸ਼ਿਸ਼ੂਪਾਲ ਸੀ ਪੂਰਾ ਆਦਮੀ ਸੀ ਉਹ ਬਹੁਤ ਹੈਰਾਨ ਹੋਇਆ। ਹੀ ਨੋਟਿਸ ਦੈਟ ਦ ਮੈਨ ਵਿਜ਼ਿਟਿੰਗ ਹਿਜ਼ ਹਾਊਸ ਦੈਟ ਨਾਈਟ ਵਾਜ਼ ਦ ਐਂਪਰਰ ਹਿਮਸੈਲਫ। ਫਿਰ ਉਸਨੇ ਦੇਖਿਆ ਕਿ ਜੋ ਉਸ ਰਾਤ ਉਸਦੇ ਘਰ ਉਹ ਜੋ ਆਦਮੀ ਆਇਆ ਸੀ ਉਹ ਖੁਦ ਜੋ ਹੈ ਰਾਜਾ ਸੀ। ਖੁਦ ਉੱਥੇ ਉਸਦੇ ਉਹ ਘਰ ਗਿਆ ਸੀ। ਉਸਨੂੰ ਉੱਥੇ ਜਾ ਕੇ ਪਤਾ ਲੱਗਿਆ। ਹੀ ਰਿਸੀਵਡ ਹਿਜ਼ ਅਪੁਆਇੰਟਮੈਂਟ ਲੈਟਰ ਐਜ਼ ਏ ਮਨਿਸਟਰ। ਉਸਨੇ ਆਪਣੀ ਜੋ ਉਸਨੂੰ ਅਪੁਆਇੰਟਮੈਂਟ ਲੈਟਰ ਮਿਲੀ ਸੀ ਉਹ ਇੱਕ ਮਨਿਸਟਰ ਦੇ ਤੌਰ 'ਤੇ ਉਸਨੂੰ ਮਿਲੀ ਸੀ। ਇਨ ਏ ਸ਼ਾਰਟ ਟਾਈਮ ਹੀ ਰਾਊਂਡਡ ਅਪ ਦਾ ਕਲਪ੍ਰਿਟਸ ਐਂਡ ਕ੍ਰਿਮੀਨਲਸ। ਅਤੇ ਬਹੁਤ ਥੋੜ੍ਹੇ ਟਾਈਮ ਦੇ ਵਿੱਚ ਹੀ ਉਸਨੇ ਜੋ ਹੈ ਕ੍ਰਿਮੀਨਲਸ ਸੀ ਜਾਂ ਜੋ ਕਲਪ੍ਰਿਟ ਸੀ ਉਹਨਾਂ ਨੂੰ ਚੱਕਰ ਲਗਾ ਕੇ ਉਹਨਾਂ ਨੂੰ ਲੱਭ ਲਿਆ ਸੀ। ਅਸ਼ੋਕਾ ਵਾਜ਼ ਪਲੀਜ਼ਡ ਵਿਦ ਹਿਜ਼ ਵਰਕ। ਅਸ਼ੋਕਾ ਕੀ ਸੀ ਉਸਦੇ ਕੰਮ ਤੋਂ ਬਹੁਤ ਖੁਸ਼ ਹੋਇਆ ਬਟ ਸਟਿਲ ਹੀ ਵਾਂਟਿਡ ਟੂ ਟੈਸਟ ਹਾਊ ਇੰਪੋਰਟੈਂਟ ਦਾ ਮਨਿਸਟਰ ਵਾਜ਼। ਬਟ ਹਲੇ ਵੀ ਉਹ ਇਹ ਟੈਸਟ ਕਰਨਾ ਚਾਹੁੰਦਾ ਕਿ ਇੱਕ ਮੰਤਰੀ ਉਸਦੇ ਲਈ ਕਿੰਨਾ ਇੰਪੋਰਟੈਂਟ ਹੈ। ਵਨ ਨਾਈਟ ਹੀ ਕਿਲਡ ਏ ਸੋਲਜਰ। ਇੱਕ ਨਾਈਟ ਸੀ ਉਸਨੇ ਕੀ ਸੀਗਾ ਕਿ ਸੋਲਜਰਸ ਨੂੰ ਇੱਕ ਨੂੰ ਮਾਰ ਦਿੱਤਾ ਸੀ। ਦ ਨੈਕਸਟ ਡੇ ਹੀ ਆਸਕਡ ਸ਼ਿਸ਼ੂਪਾਲ ਟੂ ਟੇਕ ਅਪ ਦਾ ਕੇਸ ਐਂਡ ਫਾਈਂਡ ਆਊਟ ਦਾ ਮੋਟਿਵ ਆਫ ਕਿਲਿੰਗ। ਅਤੇ ਅਗਲੇ ਦਿਨ ਉਸਨੇ ਸ਼ਿਸ਼ੂਪਾਲ ਨੂੰ ਕਿਹਾ ਕਿ ਉਹ ਇਹ ਕੇਸ ਲਵੇ ਅਤੇ ਇਹ ਲੱਭੇ ਕਿ ਉਸ ਸੋਲਜਰ ਨੂੰ ਮਾਰਨ ਦਾ ਮੋਟਿਵ ਕੀ ਸੀ ਕਿਸੇ ਦਾ। ਔਨ ਦਾ ਵੀਕਐਂਡ ਦਾ ਰਾਇਲ ਕੋਰਟ ਵਾਜ਼ ਪੈਕਡ ਟੂ ਕਪੈਸਿਟੀ। ਉਹ ਕਹਿੰਦੇ ਕਿ ਵੀਕਐਂਡ 'ਤੇ ਕੀ ਸੀ ਰਾਇਲ ਕੋਰਟ ਨੇ ਜੋ ਆਪਣੀ ਕਪੈਸਿਟੀ ਸੀ ਸਮਰੱਥਾ ਸੀ ਉਹ ਪੂਰੀ ਕਰ ਲਈ ਔਰ ਜੋ ਉਸਨੇ ਫੈਸਲਾ ਜੋ ਸੁਣਾਉਣਾ ਸੀ ਉਸਦੇ ਲਈ ਪੂਰਾ ਤਿਆਰ ਹੋ ਗਏ। all eyes were fixed on Shishupal who soon ordered his soldiers to arrest the emperor। ਅਤੇ ਸਭ ਦੀਆਂ ਨਜ਼ਰਾਂ ਕੀ ਸੀ ਸ਼ਿਸ਼ੂਪਾਲ 'ਤੇ ਹੀ ਟਿਕੀਆਂ ਹੋਈਆਂ ਸੀ ਜੋ ਕਿ ਬਹੁਤ ਜਲਦੀ ਇਹ ਆਰਡਰ ਕਰਨ ਵਾਲਾ ਸੀ ਕੀ ਹੈ ਕਿ ਜੋ ਹੈ ਐਂਪਰਰ ਹੈ ਉਹਨੂੰ ਅਰੈਸਟ ਕੀਤਾ ਜਾਵੇ ਸੋਲਜਰ ਸੀ ਜਿਹੜਾ ਉਹਦੀ ਹੱਤਿਆ ਦੇ ਵਿੱਚ। ਦਿਸ ਸੈਂਟ ਏ ਸ਼ੌਕ ਵੇਵ ਇਨ ਦਾ ਕੋਰਟ। ਔਰ ਇਸ ਦੇ ਨਾਲ ਹੀ ਕੀ ਹੈ ਕੋਰਟ ਦੇ ਵਿੱਚ ਕੀ ਹੈ ਸ਼ੌਕ ਹੋ ਗਏ ਮਤਲਬ ਸਾਰੇ ਹੈਰਾਨ ਹੋ ਗਏ। ਬਟ ਸ਼ਿਸ਼ੂਪਾਲ ਹੈਡ ਕਲੈਕਟਿਡ ਫੁੱਲ ਪ੍ਰੂਫ ਐਵੀਡੈਂਸ ਆਫ ਦਾ ਕ੍ਰਾਈਮ। ਬਟ ਸ਼ਿਸ਼ੂਪਾਲ ਕੀ ਸੀ ਜੋ ਇਹ ਕ੍ਰਾਈਮ ਕੀਤਾ ਗਿਆ ਸੀ ਉਹਦੇ ਫੁੱਲ ਪ੍ਰੂਫ ਸੀ ਉਹਦੇ ਕੋਲ ਸਾਰੇ ਐਵੀਡੈਂਸ ਸੀ ਉਹਦੇ ਕੋਲ। ਦ ਐਂਪਰਰ ਵਾਜ਼ ਇਨਵਾਰਡਲੀ ਐਡਮਾਇਰਿੰਗ ਸ਼ਿਸ਼ੂਪਾਲ। ਅਤੇ ਜੋ ਐਂਪਰਰ ਸੀ ਜੋ ਰਾਜਾ ਸੀ ਠੀਕ ਹੈ ਉਹ ਕੀ ਹੈ ਅੰਦਰੋਂ ਅੰਦਰ ਬਹੁਤ ਜੋ ਹੈ ਪ੍ਰਸ਼ੰਸਾ ਕਰ ਰਿਹਾ ਸੀ ਸ਼ਿਸ਼ੂਪਾਲ ਦੀ ਇਸ ਕੰਮ ਲਈ। ਦ ਮਨਿਸਟਰ ਇਨ ਹਿਜ਼ ਜਜਮੈਂਟ ਅਵਾਰਡਿਡ ਡੈਥ ਪਨਿਸ਼ਮੈਂਟ ਟੂ ਦਾ ਮਰਡਰ। ਜੋ ਮਨਿਸਟਰ ਸੀ ਮੰਤਰੀ ਸੀ ਉਹਨੇ ਆਪਣੀ ਜਜਮੈਂਟ ਦੇ ਵਿੱਚ ਕੀ ਸੁਣਾਇਆ ਕਿ ਡੈਥ ਹੈ ਜਿਹੜੀ ਮੌਤ ਦੀ ਸਜ਼ਾ ਜਿਹੜੀ ਉਹ ਮਰਡਰ ਨੂੰ ਸੁਣਾਈ ਸੀ ਉਹਨੇ। ਹੀ ਡਿਕਲੇਅਰਡ ਦੈਟ ਅਸ਼ੋਕਾ ਵਾਜ਼ ਦੈਟ ਕਿਲਰ। ਉਸਨੇ ਡਿਕਲੇਅਰ ਕੀਤਾ ਕਿ ਅਸ਼ੋਕਾ ਹੀ ਹੈ ਉਸਦਾ ਹੱਤਿਆਰਾ। ਬਟ ਕੰਸੀਡਰਿੰਗ ਦਾ ਗੁੱਡ ਰਿਕਾਰਡ ਆਫ ਦਾ ਗ੍ਰੇਟ ਐਂਪਰਰ ਹੀ ਡਿਡ ਨਾਟ ਥਿੰਕ ਇਟ ਪ੍ਰੋਪਰ ਟੂ ਹੈਂਗ ਹਿਮ। ਬਟ ਉਹਨੇ ਕੀ ਸੀ ਜਿਵੇਂ ਉਸਨੇ ਅਸ਼ੋਕਾ ਦੇ ਜੋ ਗੁੱਡ ਰਿਕਾਰਡ ਸੀ ਕਿ ਉਹ ਇੰਨਾ ਅੱਛਾ ਇਨਸਾਨ ਸੀ ਉਹ ਠੀਕ ਹੈ ਉਹ ਦੇਖਦੇ ਹੋਏ ਉਹਦੇ ਗੁੱਡ ਰਿਕਾਰਡ ਦੇਖਦੇ ਹੋਏ ਉਸਨੇ ਇਹ ਸੋਚਿਆ ਕਿ ਇਹ ਸਹੀ ਪ੍ਰੋਪਰ ਜੋ ਹੈ ਤਰੀਕਾ ਨਹੀਂ ਹੈ ਉਸਨੂੰ ਜੋ ਹੈ ਸਜ਼ਾ ਦੇਣ ਦਾ। ਇਹ ਜਿਹੜਾ ਉਸਨੂੰ ਸਜ਼ਾ ਨਹੀਂ ਦੇ ਸਕਦਾ ਉਹ ਐਜ਼ ਐਨ ਅਲਟਰਨੇਟਿਵ ਉਸਨੇ ਅਲਟਰਨੇਟਿਵ ਕੀ ਸੋਚਿਆ ਹੀ ਅਲਾਉਡ ਐਨ ਇਮੇਜ ਆਫ ਅਸ਼ੋਕਾ ਟੂ ਬੀ ਐਗਜ਼ੀਕਿਊਟਿਡ। ਅਤੇ ਉਸਨੇ ਅਲਟਰਨੇਟਿਵ ਦਾ ਕੀ ਕੀਤਾ ਕਿ ਜੋ ਅਸ਼ੋਕਾ ਦੀ ਰੀਅਲ ਇਮੇਜ ਸੀ ਉਹਨੂੰ ਪੇਸ਼ ਕੀਤਾ। ਆਵਰ constitution has provided for equal justice to me and all means
ਜੋ ਹੈ ਉਸ ਅਵਰ ਕੌਨਸਟੀਟਿਊਸ਼ਨ ਹੈਜ਼ ਪ੍ਰੋਵਾਈਡਡ, ਆਪਣੀ ਜਿਹੜੀ ਕੌਨਸਟੀਟਿਊਸ਼ਨ ਹੈ ਉਹਨੇ ਸਭ ਨੂੰ ਹੀ ਇਕੁਅਲ ਜਸਟਿਸ, ਸਭ ਨੂੰ ਇੱਕੋ ਜਿਹਾ ਨਿਆਂ ਮੈਨੂੰ ਤੇ ਸਭ ਨੂੰ ਇੱਕੋ ਜਿਹਾ ਨਿਆਂ ਜੋ ਪ੍ਰੋਵਾਈਡ ਕੀਤਾ, ਇਸ ਲਈ ਸਭ ਨੂੰ ਇਕੁਅਲ ਰੱਖਣਾ ਚਾਹੀਦਾ। ਵੀ ਸ਼ੁੱਡ ਬੀ ਫੇਅਰ ਐਂਡ ਜਸਟ ਟੂ ਅਵਰ ਸਰਵੈਂਟਸ ਐਂਡ ਵੈਰੀ ਯੂਜ਼ਫੁਲ ਵਰਕਰਸ ਲਾਈਕ ਦਾ ਕੋਬਲਰ, ਦਾ ਵਾਸ਼ਰਮੈਨ, ਦਾ ਪੋਟ ਮੇਕਰ ਐਂਡ ਦਾ ਸਕਿਲਡ ਮਕੈਨਿਕਸ। ਉਹ ਕਹਿੰਦੇ ਕਿ ਸਾਨੂੰ ਸਭ ਦੇ ਨਾਲ ਮਤਲਬ ਇੱਕੋ ਤਰ੍ਹਾਂ ਪੇਸ਼ ਹੋਣਾ ਚਾਹੀਦਾ, ਫੇਅਰ ਤਰੀਕੇ ਦੇ ਨਾਲ, ਠੀਕ ਹੈ, ਸਭ ਦੇ ਨਾਲ ਨਿਆਂ ਕਰਨਾ ਚਾਹੀਦਾ, ਚਾਹੇ ਉਹ ਆਪਣਾ ਕੋਈ ਸਰਵੈਂਟ ਹੈ, ਚਾਹੇ ਕੋਈ ਵਰਕਰ ਹੈ, ਠੀਕ ਹੈ, ਜਿਵੇਂ ਕੋਬਲਰ ਹੋ ਗਿਆ, ਵਾਸ਼ਰਮੈਨ ਹੋ ਗਿਆ, ਪੋਟ ਮੇਕਰ ਜਾਂ ਸਕਿਲਡ ਮਕੈਨਿਕ, ਸਭ ਦੇ ਨਾਲ ਸਾਨੂੰ ਅੱਛਾ ਵਿਵਹਾਰ ਜਿਹੜਾ ਉਹ ਕਰਨਾ ਚਾਹੀਦਾ ਤੇ ਸਭ ਨੂੰ ਬਰਾਬਰ ਮੰਨਣਾ ਚਾਹੀਦਾ। ਵੰਸ ਮਹਾਰਾਜਾ ਰਣਜੀਤ ਸਿੰਘ ਵਾਸ ਗੋਇੰਗ ਟੂ ਸਮ ਪਲੇਸ ਅਲੋਂਗ ਵਿਦ ਹਿਜ਼ ਬੋਡੀਗਾਰਡ। ਉਹ ਕਹਿੰਦੇ ਕਿ ਇੱਕ ਵਾਰ ਦੀ ਗੱਲ ਹੈ ਕਿ ਮਹਾਰਾਜਾ ਰਣਜੀਤ ਸਿੰਘ ਕਿਸੇ ਪਲੇਸ ਦੇ ਵਿੱਚ ਜਾ ਰਹੇ ਸੀ ਆਪਣੇ ਬੋਡੀਗਾਰਡਸ ਦੇ ਨਾਲ। ਸਡਨਲੀ ਸਟੋਨ ਸਟਰਕ ਹਿਜ਼ ਹੈਡ ਐਂਡ ਹੀ ਸਟਾਰਟਿਡ ਬਲੀਡਿੰਗ। ਤੇ ਅਚਾਨਕ ਹੀ ਇੱਕ ਜਿਹੜਾ ਪੱਥਰ ਉਹਨਾਂ ਦੇ ਜੋ ਹੈ ਹੈਡ ਦੇ ਮੱਥੇ ਦੇ ਵਿੱਚ ਆ ਕੇ, ਮਤਲਬ ਹੈਡ ਦੇ ਵਿੱਚ ਆ ਕੇ ਵੱਜਿਆ ਤਾਂ ਉਹਨਾਂ ਦੇ ਕੀ ਹੈ ਬਲੀਡਿੰਗ ਹੋਣਾ ਸਟਾਰਟ ਹੋ ਗਿਆ। ਦ ਸੋਲਜਰਸ ਮੇਡ ਏ ਫਰੈਂਟਿਕ ਸਰਚ ਫॉर ਦ ਕਲਪ੍ਰਿਟ। ਉਹ ਕਹਿੰਦੇ ਕਿ ਜਿਹੜੇ ਸੋਲਜਰ ਸੀ, ਉਹਦੇ ਸਿਪਾਹੀ ਸੀ, ਉਹ ਬਹੁਤ ਹੀ ਬੁਰੇ ਤਰੀਕੇ ਨਾਲ ਕਿ ਗੁੱਸੇ ਦੇ ਨਾਲ ਜਿਹੜਾ ਦੋਸ਼ੀ ਦੀ ਭਾਲ ਕਰਨ ਲੱਗੇ। ਦੇ ਨੈਬਡ ਏ ਵੋਮਨ ਐਂਡ ਪ੍ਰੈਜ਼ੈਂਟਡ ਹਰ ਬਿਫੋਰ ਦਾ ਕਿੰਗ। ਤੇ ਉਹਨਾਂ ਨੇ ਇੱਕ ਵੋਮਨ ਨੂੰ ਪਕੜ ਲਿਆ ਤੇ ਉਸਨੂੰ ਕਿੰਗ ਦੇ ਸਾਹਮਣੇ ਜਿਹੜਾ ਉਹ ਪੇਸ਼ ਕੀਤਾ। ਰਣਜੀਤ ਸਿੰਘ ਕੁਡ ਨਾਟ ਮੇਕ ਆਊਟ ਵਾਈ ਸ਼ੀ ਚੂਜ਼ ਟੂ ਹਿਟ ਹਿਮ, ਹੀ ਕੁਐਸਚਨ ਹਰ ਟਵਾਈਸ। ਲੇਕਿਨ ਰਣਜੀਤ ਸਿੰਘ ਇਹ ਨਹੀਂ ਜਾਣ ਸਕਿਆ ਕਿ ਉਸਨੇ ਜਿਹੜਾ ਉਸ ਔਰਤ ਨੇ ਉਸਨੂੰ ਕਿਉਂ ਹਿੱਟ ਕੀਤਾ, ਉਸਨੂੰ ਹੀ ਕਿਉਂ ਚੂਜ਼ ਕੀਤਾ ਮਾਰਨ ਦੇ ਲਈ। ਹੀ ਕੁਐਸਚਨ ਹਰ ਟਵਾਈਸ, ਉਸਨੇ ਉਸਨੂੰ 2 ਵਾਰ ਕੁਐਸਚਨ ਕੀਤਾ ਬਟ ਉਸ ਔਰਤ ਨੇ ਕੋਈ ਜਵਾਬ ਨਹੀਂ ਦਿੱਤਾ। ਸ਼ੀ ਬਸਟ ਇਨਟੂ ਟੀਅਰਸ ਐਂਡ ਸੈਡ, ਤੇ ਉਸਦੀਆਂ ਅੱਖਾਂ ਦੇ ਵਿੱਚੋਂ ਜੋ ਹੰਝੂ ਵਗਣ ਲੱਗ ਗਏ। ਐਂਡ ਉਸਨੇ ਕਿਹਾ ਪਾਰਡਨ ਮੀ ਮਾਈ ਲਾਰਡ, ਆਈ ਐਮ ਦਾ ਕਲਪ੍ਰਿਟ। ਉਸਨੇ ਕਿਹਾ ਕਿ ਮੈਨੂੰ ਸਜ਼ਾ ਦਿਓ ਮੇਰੇ ਲਾਰਡ, ਕਿ ਮੈਂ ਹੀ ਦੋਸ਼ੀ ਹਾਂ। ਬਟ ਵਾਈ ਡਿਡ ਯੂ ਮੇਕ ਮੀ ਯੂਅਰ ਟਾਰਗੇਟ। ਉਸਨੇ ਕਿਹਾ ਕਿ ਪਰ ਤੂੰ ਮੈਨੂੰ ਹੀ ਆਪਣਾ ਕਿਉਂ ਟਾਰਗੇਟ ਬਣਾਇਆ, ਆਪਣਾ ਨਿਸ਼ਾਨਾ ਮੈਨੂੰ ਹੀ ਕਿਉਂ ਬਣਾਇਆ। ਆਈ ਡਿਡ ਨਾਟ ਡੂ ਇਟ ਨੋਇੰਗਲੀ ਮਹਾਰਾਜ। ਉਸਨੇ ਕਿਹਾ ਕਿ ਮੈਂ ਇਹ ਜਾਣ ਬੁੱਝ ਕੇ ਨਹੀਂ ਕੀਤਾ ਮਹਾਰਾਜ। ਆਈ ਐਮ ਪੂਅਰ ਵਿਡੋ, ਕਿ ਮੈਂ ਇੱਕ ਗਰੀਬ ਵਿਧਵਾ। ਆਈ ਵਾਜ਼ ਓਨਲੀ ਟਰਾਈਂਗ ਟੂ ਗੈਟ ਫਰੂਟ ਫਰੋਮ ਦ ਟਰੀ ਫॉर ਮਾਈ ਹੰਗਰੀ ਚਿਲਡਰਨ ਬਟ ਦ ਸਟੋਨਸ ਹਿਟ ਯੂ। ਉਸਨੇ ਕਿਹਾ ਕਿ ਮੈਂ ਸਿਰਫ ਕੀ ਹੈ ਕੋਸ਼ਿਸ਼ ਕਰ ਰਹੀ ਸੀ ਉੱਥੋਂ ਫਰੂਟ, ਉਸ ਦਰਖਤ ਦੇ ਉੱਪਰੋਂ ਫਲ ਉਤਾਰਨ ਲਈ, ਜਿਹੜਾ ਮੈਂ ਸਟੋਨ ਉਹ ਉਸ ਦਰਖਤ ਦੇ ਉੱਤੇ ਮਾਰਿਆ ਸੀ, ਪਰ ਉਹ ਤੁਹਾਨੂੰ ਆ ਕੇ ਲੱਗ ਗਿਆ। ਮੈਂ ਉਹ ਸਟੋਨ ਇਸ ਲਈ ਮਾਰਿਆ ਸੀ ਕਿਉਂਕਿ ਮੈਂ ਆਪਣੇ ਭੁੱਖੇ ਬੱਚਿਆਂ ਦੇ ਲਈ ਉੱਥੋਂ ਜਿਹੜਾ ਫਰੂਟਸ ਆ ਉਹ ਲੈਣਾ ਚਾਹੁੰਦੀ ਸੀ। ਦ ਕਿੰਗਸ ਹਰਟ ਮੈਲਟਿਡ ਵਿਦ ਪੀਟੀ। ਜੋ ਕਿੰਗ ਦਾ ਹਰਟ ਸੀ, ਜੋ ਦਿਲ ਸੀ, ਉਹ ਪਿੰਗਲ ਗਿਆ, ਦਇਆ ਨਾਲ ਪਿੰਗਲ ਗਿਆ। ਹੀ ਆਰਡਰਡ ਦ ਵੋਮਨ ਟੂ ਬੀ ਪੇਡ ਏ ਫਿਕਸਡ ਮੰਥਲੀ ਮੇਨਟੇਨੈਂਸ ਅਲਾਇੰਸ। ਉਸਨੇ ਆਰਡਰ ਦਿੱਤਾ ਕਿ ਵੋਮੈਨ ਨੂੰ ਉਹ ਪੇ ਕਰੇ, ਕਿ ਜਿਹੜਾ ਮਹੀਨੇ ਬਾਅਦ ਜੋ ਉਸਨੂੰ ਭੱਤਾ ਦੇਣ ਦਾ ਉਸ ਔਰਤ ਨੂੰ ਐਲਾਨ ਉਸਨੇ ਜੋ ਕਰ ਦਿੱਤਾ ਸੀ। ਥੈਂਕ ਯੂ ਸਟੂਡੈਂਟਸ।